ਇਹ ਸੇਵਾ ਸਾਡੀ ਪਿਛਲੇ 3 ਮਹੀਨੇ ਤੋਂ ਜਾਰੀ ਹੈ ਲੁਧਿਆਣੇ ਦੇ ਵਿੱਚ। ਔਰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਦਾ ਟਾਈਮ ਹੈ ਇਸ ਐਂਬੂਲੈਂਸ ਦਾ। ਇਸ ਦੌਰਾਨ ਸਾਨੂੰ ਕਿਸੇ ਵੀ ਪੇਸ਼ੈਂਟ ਦਾ ਕਿਸੇ ਵੀ ਜਗ੍ਹਾ ਤੋਂ ਲੁਧਿਆਣੇ ਦੇ ਅੰਦਰ ਉਹਦੀ ਹਦੂਦ ਦੇ ਅੰਦਰ ਫੋਨ ਆਉਂਦਾ ਹੈ ਤਾਂ ਸਾਡੀ ਗੱਡੀ ਉੱਥੇ ਪ੍ਰੋਵਾਈਡ ਹੋ ਜਾਂਦੀ ਹੈ। ਸਰ ਕਿਵੇਂ ਤੁਹਾਡੇ ਮਨ ਦੇ ਵਿੱਚ ਆਏ ਕਿ ਐਂਬੂਲੈਂਸ ਦੀ ਸੇਵਾ ਹੀ ਕਰਨੀ ਚਾਹੀਦੀ ਹੈ ਫ੍ਰੀ ਦੇ ਵਿੱਚ? ਲੋਕਾਂ ਨੂੰ ਬਹੁਤ ਜ਼ਰੂਰਤ ਹੈਗੀ ਹੈ, ਕਾਫੀ ਮਤਲਬ ਕਿ ਲਾਹੇਵੰਦ ਵੀ ਹੈਗੀ ਆ, ਸਾਬਿਤ ਹੋ ਰਹੀ ਹੈ। ਨਹੀਂ, ਸਾਡੀ ਸੈਂਟਰਲ ਬੋਡੀ ਜਿਹੜੀ ਹੈਗੀ ਹੈ ਅਮਰੀਕਾ ਤੋਂ, ਉਹਨਾਂ ਨੇ ਸਾਨੂੰ ਕਿਹਾ ਸੀ ਵੀ ਅਸੀਂ ਇੱਕ ਐਕਸਪੈਰੀਮੈਂਟ ਕਰਨਾ ਚਾਹੁੰਦੇ ਹਾਂ ਐਂਬੂਲੈਂਸ ਦਾ, ਵੀ ਤੁਸੀਂ ਉਹਦੇ 'ਚ ਕਿਵੇਂ ਕਰੋਗੇ। ਅਤੇ ਮੈਂ ਉਹਨੂੰ ਕਿਹਾ ਸੀ ਤੁਸੀਂ ਭੇਜ ਦਿਓ, ਸਾਡੇ ਕੋਲ ਬਹੁਤ ਲੁਧਿਆਣੇ 'ਚ ਵਲੰਟੀਅਰਸ ਹੈਗੇ ਨੇ, ਅਸੀਂ ਚਲਾਵਾਂਗੇ। ਔਰ ਠੀਕ ਚੱਲ ਰਹੀ ਹੈ, ਮਾਨਵਤਾ ਦੀ ਸੇਵਾ ਹੋ ਰਹੀ ਹੈ। ਸੇਵਾ ਹੀ ਸਾਡਾ ਮਕਸਦ ਸੀ, ਉਹ ਪੂਰਾ ਹੋ ਰਿਹਾ। ਉਹ ਸੈਂਟਰਲ ਬੋਡੀ ਵੀ ਖੁਸ਼ ਹੈ ਵੀ ਚਲੋ ਇੱਕ ਅੱਛਾ ਐਕਸਪੈਰੀਮੈਂਟ ਹੋਇਆ। ਉਹਨਾਂ ਨੇ ਇਸ ਤੋਂ ਬਾਅਦ ਬੰਗਲੌਰ ਵਿੱਚ ਹੀ ਸ਼ੁਰੂ ਕੀਤਾ, ਉੱਥੇ ਵੀ ਸ਼ੁਰੂ ਹੋ ਗਈ ਹੈ। ਕੋਈ ਵੀ ਪੇਸ਼ੈਂਟ ਜਿਵੇਂ ਕਿ ਤੁਹਾਨੂੰ ਡਾਇਰੈਕਟਲੀ ਅਗਰ ਕਾਲ ਕਰਦਾ ਹੈ, ਉਹਨੂੰ ਜ਼ਰੂਰਤ ਹੈਗੀ ਆ, ਅਫੋਰਡ ਨਹੀਂ ਕਰ ਸਕਦਾ ਮਹਿੰਗੀ ਐਂਬੂਲੈਂਸ ਪ੍ਰਾਈਵੇਟ ਹਸਪੀਟਲ ਦੀ ਜਾਂ ਫਿਰ ਕਿਸੇ ਹੋਰ ਹਸਪੀਟਲ ਦੀ, ਤਾਂ ਉਹ ਵੀ ਤੁਹਾਡੇ ਕੋਲ ਆ ਸਕਦਾ, ਉਹ ਵੀ ਸੇਵਾ ਲੈ ਸਕਦਾ। ਬਿਲਕੁਲ ਸਾਡੇ ਅਸੀਂ ਫ਼ੋਨ ਨੰਬਰ ਆਪਣੇ ਸ਼ੋਅ ਕੀਤੇ ਹੋਏ ਨੇ ਹਰ ਜਗ੍ਹਾ 'ਤੇ, ਬੈਨਰ ਸਾਡੇ ਪੋਸਟਰ ਲੱਗੇ ਨੇ। ਅਸੀਂ WhatsApp 'ਤੇ ਔਰ Facebook 'ਤੇ ਵੀ ਆਪਣੇ ਨੰਬਰ ਸ਼ੇਅਰ ਕਰਦੇ ਰਹਿੰਦੇ ਹਾਂ। ਕੋਈ ਵੀ ਕਿਸੇ ਤਰ੍ਹਾਂ ਦਾ ਪੇਸ਼ੈਂਟ ਲੁਧਿਆਣੇ ਦੇ ਅੰਦਰ ਕੋਈ ਵੀ ਸਾਨੂੰ ਫ਼ੋਨ ਕਰੇ, ਅਸੀਂ ਉੱਥੇ ਸਾਡੀ ਜਿਹੜੀ ਐਂਬੂਲੈਂਸ ਦੀ ਸੇਵਾ ਉੱਥੇ ਉਹਨੂੰ ਫ੍ਰੀ ਆਫ ਕਾਸਟ ਪਹੁੰਚ ਰਹੀ ਹੈ ਔਰ ਪਹੁੰਚੇਗੀ ਵੀ। ਤੇ ਸਰ ਕਿੰਨੇ ਟਾਈਮ ਤੋਂ ਤੁਸੀਂ ਇਸ ਸੇਵਾ ਦੇ ਨਾਲ ਜੁੜੇ ਹੋ? ਮੈਂ ਤਕਰੀਬਨ ਇਹਨਾਂ ਨਾਲ ਸਾਲ ਡੇਢ ਸਾਲ ਤੋਂ ਮੈਂ ਜੁੜਿਆ ਹੋਇਆ ਵਾਂ। ਇਹ ਬਹੁਤ ਵਧੀਆ ਸੰਸਥਾ ਵਾ, ਵੱਖੋ ਵੱਖਰੇ ਸਮਾਜਿਕ ਕੰਮ ਜਿਹੜੇ ਕਰਦੀ ਹੈ। ਇਹ ਐਂਬੂਲੈਂਸ ਦਾ ਕੰਮ ਇਹਨਾਂ ਨੇ ਹੁਣ ਪਿੱਛੇ ਜਿਹੇ ਹੀ 2-3 ਮਹੀਨਿਆਂ ਤੋਂ ਸ਼ੁਰੂ ਕੀਤਾ, ਬਟ ਬਹੁਤ ਹੀ ਵਧੀਆ ਹੈ ਕਿਉਂਕਿ ਜਿਹੜੇ ਗਰੀਬ ਲੋਕਾਂ ਦੇ ਬਾਂਹ ਫੜਨ ਵਾਲੀ ਸੰਸਥਾ ਹੈ। ਕਿਉਂਕਿ ਅਮੀਰਾਂ ਦੇ ਤਾਂ ਬਹੁਤ ਹੋਰ ਉਹਨਾਂ ਕੋਲ ਆਪਣੇ ਰਿਸੋਰਸਿਸ ਹੁੰਦੇ ਨੇ, ਜਿਨ੍ਹਾਂ ਕਰਕੇ ਉਹ ਵੱਖੋ ਵੱਖਰੇ ਆਪਣੇ ਸਾਧਨਾਂ ਨਾਲ ਚਲੇ ਜਾਂਦੇ ਨੇ ਕਿਤੇ ਹਸਪੀਟਲ ਜਾਣਾ ਹੋਵੇ। ਪਰ ਇਹ ਜਿਹੜੀ ਯੂਨਾਈਟਿਡ ਸਿੱਖਸ ਹੈਗੀ ਹੈ, ਇਹ ਦਿਸ ਇਜ਼ ਦੀ ਬੈਸਟ ਵਨ। ਅਤੇ ਇਹ ਜਿਹੜੀ ਹੈਗੀ ਹੈ ਇਹ ਕੰਮ ਵਧੀਆ ਕਰ ਵੀ ਰਹੀ ਹੈ ਅਤੇ ਅੱਗਿਓਂ ਵੀ ਇਹ ਵਧੀਆ ਕੰਮ ਕਰੂਗੀ ਅਤੇ ਬਿਨਾਂ ਕਿਸੇ ਫਾਈਨੈਂਸ਼ੀਅਲ ਕਿਸੇ ਨੂੰ ਬੋਝ ਪਾਇਆ ਇਹ ਕੰਮ ਚੱਲ। ਸਤਿ ਸ਼੍ਰੀ ਅਕਾਲ, ਲੁਧਿਆਣਾ ਲਾਈਵ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਪਰਮਜੀਤ ਕੌਰ। ਕਹਿੰਦੇ ਨੇ ਕਿ ਕਿਸੇ ਜ਼ਰੂਰਤਮੰਦ ਦੀ ਸੇਵਾ ਕਰਨਾ ਸਭ ਤੋਂ ਵੱਡਾ ਪੁੰਨ ਹੁੰਦਾ ਹੈ। ਮਾਨਵਤਾ ਦੀ ਸੇਵਾ ਨੂੰ ਸਭ ਤੋਂ ਉੱਪਰ ਰੱਖਿਆ ਗਿਆ ਹੈ। ਸੋ ਅੱਜ ਅਸੀਂ ਤੁਹਾਨੂੰ ਇੱਕ ਐਸੀ ਸੰਸਥਾ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜਿਸ ਨੂੰ ਕਿ ਕਈ ਲੋਕ ਜਾਣਦੇ ਵੀ ਹੋਣਗੇ ਔਰ ਕਈ ਲੋਕ ਨਹੀਂ ਵੀ ਜਾਣਦੇ ਹੋਣਗੇ। ਸੋ ਜਿਨ੍ਹਾਂ ਦੇ ਵੱਲੋਂ ਜ਼ਰੂਰਤਮੰਦ ਲੋਕਾਂ ਦੇ ਲਈ ਇੱਕ ਖਾਸ ਉਪਰਾਲਾ ਕੀਤਾ ਜਾ ਰਿਹਾ ਹੈ, ਇੱਕ ਇਨੀਸ਼ੀਏਟਿਵ ਲਿਆ ਇਹਨਾਂ ਨੇ ਕਿ ਫ੍ਰੀ ਦੇ ਵਿੱਚ ਜਿਹੜੇ ਕਿ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਹੈ ਲੁਧਿਆਣੇ ਸ਼ਹਿਰ ਦੇ ਵਿੱਚ। ਕਈ ਜਿਹੜੇ ਪੂਅਰ ਪੇਸ਼ੈਂਟਸ ਨੇ ਉਹਨਾਂ ਦੇ ਲਈ ਇਹ ਐਂਬੂਲੈਂਸ ਵਰਦਾਨ ਸਾਬਿਤ ਹੋ ਰਹੀ ਹੈ, ਕਾਫੀ ਲਾਹੇਵੰਦ ਸਾਬਿਤ ਹੋ ਰਹੀ ਹੈ। ਸੋ ਗੱਲਬਾਤ ਕਰਦੇ ਹਾਂ ਜਿਹੜੇ ਕਿ ਇਸ ਸੰਸਥਾ ਦੇ ਮੈਂਬਰ ਵੀ ਨੇ ਸਾਡੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਮੈਂਬਰਸ ਵੀ ਸਾਡੇ ਨਾਲ ਮੌਜੂਦ ਨੇ, ਵਲੰਟੀਅਰਸ ਇਹਨਾਂ ਨੂੰ ਕਿਹਾ ਜਾਂਦਾ ਹੈ। ਸੋ ਖੁਦ ਹੀ ਇਹ ਸੇਵਾ ਕਰ ਰਹੇ ਨੇ। ਸੋ ਗੱਲਬਾਤ ਕਰਦੇ ਹਾਂ। ਸਰ ਕੀ ਨਾਮ ਹੈ ਸਰ ਤੁਹਾਡਾ? ਮੇਰਾ ਨਾਮ ਜੀ ਅੰਮ੍ਰਿਤਪਾਲ ਸਿੰਘ ਹੈ ਜੀ, ਮੈਂ ਡਾਇਰੈਕਟਰ ਯੂਨਾਈਟਿਡ ਸਿੱਖ ਪੰਜਾਬ। ਔਰ ਸਰ ਇਹ ਕਦੋਂ ਤੋਂ ਸੇਵਾ ਤੁਸੀਂ ਸ਼ੁਰੂ ਕੀਤੀ ਹੈ? ਯੂਨਾਈਟਿਡ ਸਿੱਖ ਜਿਹੜੀ ਕਿ ਸੰਸਥਾ ਹੈ, ਪਹਿਲਾਂ ਤਾਂ ਇਹਦੇ ਬਾਰੇ ਤੁਸੀਂ ਦੱਸੋ ਸਾਨੂੰ। ਪਹਿਲੇ ਤਾਂ ਅਸੀਂ ਤੁਹਾਡੇ ਲੁਧਿਆਣਾ ਲਾਈਵ ਵਾਲਿਆਂ ਦਾ ਧੰਨਵਾਦ ਕਰਦੇ ਹਾਂ, ਤੁਸੀਂ ਇੱਥੇ ਆਏ ਹੋ। ਸਾਡੀ ਸਾਰੀ ਟੀਮ ਵੱਲੋਂ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਹੁਣ ਤੁਹਾਡਾ ਕੁਐਸਚਨ ਹੈ ਵੀ ਸੇਵਾ ਕਦੋਂ ਤੋਂ ਸ਼ੁਰੂ ਕਰ ਰਹੇ ਹੋ? ਇਹ ਸੇਵਾ ਸਾਡੀ ਪਿਛਲੇ 3 ਮਹੀਨੇ ਤੋਂ ਜਾਰੀ ਹੈ ਲੁਧਿਆਣੇ ਦੇ ਵਿੱਚ। ਔਰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਦਾ ਟਾਈਮ ਹੈ ਇਸ ਐਂਬੂਲੈਂਸ ਦਾ। ਇਸ ਦੌਰਾਨ ਸਾਨੂੰ ਕਿਸੇ ਵੀ ਪੇਸ਼ੈਂਟ ਦਾ ਕਿਸੇ ਵੀ ਜਗ੍ਹਾ ਤੋਂ ਲੁਧਿਆਣੇ ਦੇ ਅੰਦਰ ਉਹਦੀ ਹਦੂਦ ਦੇ ਅੰਦਰ ਫੋਨ ਆਉਂਦਾ ਹੈ ਤਾਂ ਸਾਡੀ ਗੱਡੀ ਉੱਥੇ ਪ੍ਰੋਵਾਈਡ ਹੋ ਜਾਂਦੀ ਹੈ। ਉਸ ਪੇਸ਼ੈਂਟ ਨੂੰ ਘਰ ਤੋਂ ਹਸਪੀਟਲ ਔਰ ਹਸਪੀਟਲ ਤੋਂ ਘਰ ਲਿਜਾਣ ਤੱਕ ਦੀ ਜ਼ਿੰਮੇਵਾਰੀ ਸਾਡੀ ਹੁੰਦੀ ਹੈ। ਔਰ ਇਹ ਬਿਲਕੁਲ ਫ੍ਰੀ ਸੇਵਾ ਹੈ, ਇਹਦੇ 'ਚ ਕੋਈ ਵੀ ਪੈਸੇ ਦਾ ਕਿਸੇ ਤਰੀਕੇ ਕੋਈ ਲੈਣ ਦੇਣ ਨਹੀਂ ਹੈ। ਔਰ ਅਸੀਂ ਸਪੈਸ਼ਲ ਲਿਖ ਕੇ ਲਾਇਆ ਵੀ ਸਾਡੀ ਸੇਵਾ ਬਿਲਕੁਲ ਫ੍ਰੀ ਹੈ। ਸਰ ਕਿਸੇ ਹਸਪੀਟਲ ਦੇ ਨਾਲ ਵੀ ਕੋਈ ਟਾਈ ਅਪ ਕੀਤਾ ਹੋਇਆ ਤੁਸੀਂ, ਜਿੱਥੇ ਪੂਅਰ ਪੇਸ਼ੈਂਟਸ ਆਉਂਦੇ ਨੇ, ਉਹ ਨਾ ਅਫੋਰਡ ਨਹੀਂ ਕਰ ਪਾਉਂਦੇ ਹੈਗੇ ਮਹਿੰਗੀ ਐਂਬੂਲੈਂਸ? ਜੀ, ਅਸੀਂ ਤਕਰੀਬਨ ਸਾਰੇ ਹਸਪੀਟਲ ਜਿਹੜੇ ਲੁਧਿਆਣੇ ਦੇ ਨੇ ਉੱਥੇ ਅਸੀਂ ਆਪਣੇ ਬੈਨਰਸ ਲਗਾਏ ਹੋਏ ਨੇ। ਕਿਸੇ ਨੂੰ ਵੀ ਲੋੜ ਹੁੰਦੀ ਹੈ ਅਤੇ ਸਾਨੂੰ ਫੋਨ ਆ ਜਾਂਦਾ। ਪਰ ਜ਼ਿਆਦਾ ਕਿਉਂਕਿ ਅਸੀਂ ਇਸ ਮਾਡਲ ਗਰਾਊਂਡ ਦੇ ਏਰੀਆ 'ਚ ਹੈਗੇ ਹਾਂ ਤਾਂ ਸਾਨੂੰ ESI ਹਸਪੀਟਲ ਬਹੁਤ ਨੇੜੇ ਪੈਂਦਾ। ਉੱਥੇ ਕਾਫੀ ਪੂਰ ਪੇਸ਼ੈਂਟ ਹੁੰਦਾ ਔਰ ਉਹ ਡਾਕਟਰਸ ਨੂੰ ਵੀ ਹੁੰਦਾ ਵੀ ਅਸੀਂ ਉਹ ਪੇਸ਼ੈਂਟ ਨੂੰ ਸਾਡਾ ਨੰਬਰ ਦੇ ਦਿੰਦੇ ਨੇ ਅਤੇ ਉਸ ਨੂੰ ਉੱਥੋਂ ਫੋਨ ਆ ਜਾਂਦਾ, ਸਾਡਾ ਉੱਥੇ ਵੈਨ ਤੁਹਾਡੀ ਐਂਬੂਲੈਂਸ ਚਲੀ ਜਾਂਦੀ ਹੈ। ਉਹ ਜ਼ਿਆਦਾਤਰ ਪੂਰ ਪੇਸ਼ੈਂਟ ਦੇ ਕੰਮ ਆ ਰਹੀ ਹੈ। ਵੈਸੇ ਵੀ ਜਿਹੜਾ ਅਮੀਰ ਆਦਮੀ ਕੋਲ ਘਰ 4-4 ਗੱਡੀਆਂ ਖੜੀਆਂ, ਉਹਨੂੰ ਵੈਸੇ ਵੀ ਐਂਬੂਲੈਂਸ ਦੀ ਕੋਈ ਇੰਨੀ ਨੀਡ ਨਹੀਂ ਹੁੰਦੀ। ਨੀਡ ਤਾਂ ਉਹਨਾਂ ਨੂੰ ਜਿਹਨਾਂ ਕੋਲੋਂ ਕੋਈ ਜਾਣ ਦਾ ਸਾਧਨ ਨਹੀਂ ਹੈਗਾ, ਉਹਦੇ ਵਾਸਤੇ ਐਂਬੂਲੈਂਸ ਫ੍ਰੀ ਹੈ। ਸੋ ਬਿਲਕੁਲ ਸਰ, ਅਸੀਂ ਦੇਖ ਸਕਦੇ ਹਾਂ ਕਿ ਕਾਫੀ ਮੈਂਬਰ ਇਸ ਤੁਹਾਡੀ ਸੰਸਥਾ ਦੇ ਨਾਲ ਜੁੜ ਚੁੱਕੇ ਨੇ ਇਸ ਕੰਮ ਦੇ ਲਈ। ਸੋ ਫਿਰ ਵੀ ਤੁਸੀਂ ਕਿਹਾ ਕਿ 3 ਮਹੀਨੇ ਹੀ ਹੋਏ ਨੇ, ਸੋ ਫਿਰ ਵੀ ਕਿੰਨੇ ਕੁ ਲੋਕ ਜੁੜ ਚੁੱਕੇ ਨੇ ਤੁਹਾਡੇ ਨਾਲ? ਨਹੀਂ, ਵਲੰਟੀਅਰਸ ਦੀ ਗੱਲ ਕਰ ਰਹੇ ਹੋ, ਪੇਸ਼ੈਂਟ ਦੀ ਗੱਲ ਕਰ ਰਹੇ ਹੋ? ਨਹੀਂ ਸਰ, ਜਿਹੜੇ ਵਲੰਟੀਅਰਸ ਨੇ। ਨਹੀਂ, ਵਲੰਟੀਅਰ ਤਾਂ ਸਾਡੇ ਕੋਲ
ਨਹੀਂ ਇਹ ਐਂਬੂਲੈਂਸ ਜਿਹੜੀ 3 ਮਹੀਨੇ ਚੱਲ ਰਹੀ ਹੈ। ਅਦਰਵਾਈਜ਼ ਯੂਨਾਈਟਿਡ ਸਿੱਖ ਪਿਛਲੇ 2 ਸਾਲ ਤੋਂ ਲੁਧਿਆਣੇ ਦੇ ਵਿੱਚ ਵਰਕ ਕਰ ਰਹੀ ਹੈ। ਇਵਨ ਦੈਨ ਕਰੋਨਾ ਦੇ ਦੌਰਾਨ ਵੀ ਅਸੀਂ ਕਾਫੀ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਾਇਆ ਜਾਂ ਮੈਡੀਕਲ ਕੈਂਪ ਫੈਸਿਲਿਟੀ ਦਿੱਤੀ ਹੈ। ਸਾਡੇ ਕੋਲੋਂ ਆਕਸੀਜਨ ਦੇ ਜਿਹੜੇ ਸਿਲੰਡਰਸ ਵਗੈਰਾ ਆਏ ਸੀ ਉਹ ਅਸੀਂ ਪ੍ਰੋਵਾਈਡ ਕਰਾਇਆ। ਇਹ ਸਾਡੀ ਸੇਵਾ ਤੱਕ ਲੰਬੇ ਸਮੇਂ ਤੋਂ ਜਾਰੀ ਹੈ। ਜਿਹੜੀ ਉਹਦੀ ਐਡੀਸ਼ਨ ਹੈ ਐਂਬੂਲੈਂਸ ਦੀ ਉਹ ਸਾਡੇ ਕੋਲ 3 ਮਹੀਨੇ ਤੋਂ ਹੋਈ ਹੈ। ਇਹ ਸਾਰੇ ਜਿੰਨੇ ਵੀ ਸਾਡੇ ਖੜੇ ਨੇ ਸਾਰੇ ਕੀਰਤੀ ਨੇ, ਸਾਰੇ ਆਪਣੇ ਕਾਰੋਬਾਰ ਤੋਂ ਵਿਹਲੇ ਹੋ ਕੇ ਆਉਂਦੇ ਨੇ। ਸ਼ਾਮ ਨੂੰ ਅਸੀਂ ਇਕੱਠੇ ਹੁੰਦੇ ਹਾਂ ਜਾਂ ਜੋ ਵੀ ਕੋਈ ਸਮਾਜ ਦੀ ਭਲਾਈ ਦਾ ਕੰਮ ਹੁੰਦਾ ਹੈ ਉਹ ਕਰਦੇ ਹਾਂ। ਤੁਸੀਂ ਵੀ ਪਿੱਛੇ ਸਾਡਾ ਕੈਂਪ ਅਟੈਂਡ ਕੀਤਾ ਸੀ, ਕਵਰ ਕੀਤਾ ਸੀ, ਜਿਹੜਾ ਕੈਂਸਰ ਕੈਂਪ ਲੱਗਿਆ ਸੀ। ਔਰ ਅਸੀਂ ਇਹੋ ਜਿਹੇ ਕੈਂਪ ਲਗਾਉਂਦੇ ਰਹਿੰਦੇ ਹਾਂ ਔਰ ਅਕਸਰ ਲਗਾਉਂਦੇ ਰਹਿੰਦੇ ਹਾਂ। ਨਵਾਂ ਨਹੀਂ ਹੈ ਸਾਡੇ ਲਈ, ਅਕਸਰ ਲਗਾਉਂਦੇ ਰਹਿੰਦੇ ਹਾਂ। ਤੇ ਸਰ ਜਿਹੜਾ ਕਿ ਖਰਚਾ ਆਉਂਦਾ ਓਬਵੀਅਸਲੀ ਪੈਟਰੋਲ ਦਾ ਖਰਚਾ ਆਉਂਦਾ ਹੈਗਾ, ਜੋ ਡਰਾਈਵਰ ਵੀ ਤੁਸੀਂ ਰੱਖਿਆ ਹੋਇਆ ਉਹਦਾ ਵੀ ਖਰਚਾ ਆਉਂਦਾ, ਫਿਰ ਕਿਸ ਤਰ੍ਹਾਂ ਉਹ ਤੁਸੀਂ ਕਰਦੇ ਹੋ ਅਫੋਰਡ? ਦੇਖੋ ਜਿਹੜਾ ਖਰਚਾ ਹੈਗਾ ਤਾਂ ਰੈਗੂਲਰ 20-25 ਰੁਪਏ ਮਹੀਨੇ ਦਾ ਖਰਚਾ ਹੈ, ਲੇਕਿਨ ਉਹਦੇ ਵਾਸਤੇ ਅਸੀਂ ਲੁਧਿਆਣੇ ਦੇ ਕੁਝ ਫੈਮਿਲੀਜ਼ ਨੂੰ ਨਾਲ ਅਟੈਚ ਕੀਤਾ ਹੈ ਜਿਨ੍ਹਾਂ ਕੋਲ ਅਸੀਂ 20,000 ਜਾਂ 25,000 ਰੁਪਏ ਸਾਨੂੰ ਮਹੀਨਾ ਇੱਕ ਫੈਮਿਲੀ ਦੇ ਦਿੰਦੀ ਹੈ। ਔਰ ਉਸ ਫੈਮਿਲੀ ਦਾ ਦੁਬਾਰਾ ਜਿਹੜੀ ਟਰਨ ਅਗਲੇ ਸਾਲ ਆਏਗੀ, ਮਤਲਬ ਇੱਕ ਸਾਲ 'ਚ ਇੱਕ ਫੈਮਿਲੀ ਕੋਲੋਂ ਇੱਕ ਵਾਰੀ ਅਸੀਂ ਪੈਸੇ ਲੈਣੇ ਨੇ ਤੇ ਉਹਦੇ ਨਾਲ ਚੱਲ ਰਿਹਾ, ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ। ਇਕੱਲੇ ਅਸੀਂ ਕੁਝ ਨਹੀਂ ਕਰ ਸਕਦੇ। ਇਹ ਜਿੰਨੀ ਸੇਵਾ ਲੋਕਾਂ ਦੇ ਸਹਿਯੋਗ ਨਾਲ ਹੀ ਚੱਲ ਰਹੀ ਹੈ ਤੇ ਚੱਲ ਰਹੀ ਹੈ, ਕੋਈ ਕਮੀ ਨਹੀਂ ਹੈ। ਜੇ ਤੁਹਾਡੀ ਨੀਅਤ ਤੇ ਹੱਥ ਸਾਫ਼ ਹੈ ਤੇ ਕੋਈ ਕਮੀ ਨਹੀਂ ਹੈ, ਪੈਸੇ ਦੀ ਕੋਈ ਕਮੀ ਨਹੀਂ ਹੈ। ਬਹੁਤ ਕੰਮ ਕਰਨ ਵਾਲੇ ਹੋਵੋ, ਪੈਸੇ ਦੀ ਕੋਈ ਕਮੀ ਨਹੀਂ ਹੈ। ਤੇ ਸਰ ਤੁਸੀਂ ਕਹਿ ਰਹੇ ਹੋ ਯੂਨਾਈਟਿਡ ਸਿੱਖ ਜਿਹੜੀ ਕਿ ਨਵੀਂ ਸੇਵਾ ਐਡੀਸ਼ਨ ਕੀਤੀ ਹੈ ਫ੍ਰੀ ਐਂਬੂਲੈਂਸ ਸੇਵਾ, ਤਾਂ ਇਸ ਤੋਂ ਇਲਾਵਾ ਸਰ ਹੋਰ ਕਿਹੜੇ ਜਿਹੜੇ ਕਿ ਕੰਮ ਕੀਤੇ ਜਾ ਰਹੇ ਨੇ ਜ਼ਰੂਰਤਮੰਦ ਲੋਕਾਂ ਦੇ ਲਈ? ਤੁਸੀਂ ਲੁਧਿਆਣੇ ਦੀ ਗੱਲ ਕਰੋ ਜਾਂ ਆਲ ਓਵਰ ਵਰਲਡ ਦੀ ਗੱਲ ਕਰ ਰਹੇ ਹੋ? ਜਿਹੜੀ ਇਹ ਸਾਡੀ ਸੰਸਥਾ ਹੈ ਆਲ ਓਵਰ ਵਰਲਡ 'ਚ ਵਰਕ ਕਰਦੀ ਹੈ। ਅਮਰੀਕਾ ਤੋਂ ਕੁਝ ਲੋਕਾਂ ਨੇ ਸੰਸਥਾ ਨੂੰ ਖੜੀ ਕੀਤਾ ਸੀ। ਜਦੋਂ 9/11 ਦੇ ਹਮਲੇ ਹੋਏ ਸੀ ਉਦੋਂ ਇੱਕ ਸਿੱਖ ਪਹਿਚਾਣ ਨੂੰ ਪ੍ਰੋਬਲਮ ਆਈ ਸੀ, ਹਿੱਟ ਕੀਤਾ ਸੀ, ਲੋਕਾਂ ਨੇ ਮੁਸਲਮਾਨ ਸਮਝ ਲਿਆ ਸੀ। ਉਦੋਂ ਇਹ ਸੰਸਥਾ ਹੋਂਦ 'ਚ ਆਈ ਸੀ ਤੇ ਉਸ ਤੋਂ ਬਾਅਦ ਕੁਝ ਲੋਕਾਂ ਨੇ ਸਿੱਖਾਂ ਦੀ ਨੂੰ ਆਪਣੀ ਆਈਡੈਂਟੀਟੀ ਸ਼ੋਅ ਕਰਨ ਵਾਸਤੇ ਇੱਕ ਸੰਸਥਾ ਖੜੀ ਕੀਤੀ। ਸੰਸਾਰ ਦੇ ਵਿੱਚ ਕਿਤੇ ਵੀ ਕੋਈ ਆਪਦਾ ਆਉਂਦੀ ਤੇ ਸੰਸਥਾ ਉੱਥੇ ਆਪਣਾ ਫਰਜ਼ ਨਿਭਾਉਂਦੀ ਹੈ, ਮਨੁੱਖਤਾ ਦੀ ਭਲਾਈ ਲਈ ਕਾਰਜ ਕਰਦੀ ਹੈ। ਲੇਟੈਸਟ ਜਿਹੜਾ ਅਸਲ ਯੂਕਰੇਨ 'ਚ ਯੁੱਧ ਚੱਲ ਰਿਹਾ, ਡੇ 1 ਤੋਂ ਉੱਥੇ ਯੂਨਾਈਟਿਡ ਸਿੱਖ ਦੀ ਟੀਮ ਪਹੁੰਚੀ ਹੋਈ ਹੈ ਔਰ ਉੱਥੇ ਬਿਲਕੁਲ ਬਾਰਡਰ 'ਤੇ ਜਿਹੜਾ ਸਭ ਤੋਂ ਲਾਸਟ ਬਾਰਡਰ ਹੈ ਯੂਕਰੇਨ ਦਾ, ਉੱਥੇ ਇਹਨਾਂ ਦੇ ਸਟਾਲ ਲੱਗੇ ਹੋਏ ਨੇ ਔਰ ਅਕਸਰ ਤੁਸੀਂ ਟੀਵੀ ਵਗੈਰਾ 'ਤੇ ਦੇਖ ਰਹੇ ਹੋਵੋਗੇ, ਉੱਥੇ ਇਹਨਾਂ ਦੀ ਕਵਰੇਜ ਹੋ ਰਹੀ ਹੈ। ਹਰ ਲੋੜਵੰਦ ਨੂੰ ਜੋ ਵੀ ਕੋਈ ਸਮਾਨ ਚਾਹੀਦਾ ਉੱਥੇ ਪ੍ਰੋਵਾਈਡ ਹੋ ਰਿਹਾ। ਸੋ ਸੰਸਥਾ ਬੜੀ ਵੱਡੀ ਹੈ, ਬੜੀ ਲੰਬੀ ਚੌੜੀ ਸੰਸਥਾ ਚੱਲ ਰਹੀ ਹੈ। ਪਿੱਛੇ ਮੈਕਸੀਕੋ 'ਚ ਜਿਵੇਂ ਹੜ੍ਹ ਵਗੈਰਾ ਆ ਗਏ ਸੀ, ਉੱਥੇ ਵੀ ਸੰਸਥਾ ਨੇ ਆਪਣੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾਂ ਹੋਰ ਜ਼ਰੂਰਤਮੰਦਾਂ ਨੂੰ ਸੇਵਾ ਕੀਤੀ। ਸੋ ਸੰਸਥਾ ਚੱਲ ਰਹੀ ਹੈ, ਕਰ ਰਹੀ ਹੈ ਆਪਣਾ। ਤੇ ਸਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਈ ਹਸਪੀਟਲਸ ਦੇ ਨਾਲ ਵੀ ਟਾਈ ਅਪ ਕੀਤਾ ਹੋਇਆ, ਜਿਹੜੇ ਪੂਅਰ ਪੇਸ਼ੈਂਟ ਆਉਂਦੇ ਨੇ ਉਹ ਉੱਥੇ ਤੁਹਾਨੂੰ ਕਾਲ ਕਰਕੇ ਮਤਲਬ ਐਂਬੂਲੈਂਸ ਲੈ ਕੇ ਉਹਨਾਂ ਨੂੰ ਪੇਸ਼ੈਂਟ ਦੀ ਮਦਦ ਕਰ ਸਕਦੇ ਨੇ। ਤੇ ਕੋਈ ਵੀ ਪੇਸ਼ੈਂਟ ਜਿਵੇਂ ਕਿ ਤੁਹਾਨੂੰ ਡਾਇਰੈਕਟਲੀ ਅਗਰ ਕਾਲ ਕਰਦਾ ਹੈ, ਉਹਨੂੰ ਜ਼ਰੂਰਤ ਹੈਗੀ ਆ, ਅਫੋਰਡ ਨਹੀਂ ਕਰ ਸਕਦਾ ਮਹਿੰਗੀ ਐਂਬੂਲੈਂਸ ਪ੍ਰਾਈਵੇਟ ਹਸਪੀਟਲ ਦੀ ਜਾਂ ਫਿਰ ਕਿਸੇ ਹੋਰ ਹਸਪੀਟਲ ਦੀ, ਤਾਂ ਉਹ ਵੀ ਤੁਹਾਡੇ ਕੋਲ ਆ ਸਕਦਾ, ਉਹ ਵੀ ਸੇਵਾ ਲੈ ਸਕਦਾ? ਬਿਲਕੁਲ ਸਾਡੇ ਅਸੀਂ ਫ਼ੋਨ ਨੰਬਰ ਆਪਣੇ ਸ਼ੋਅ ਕੀਤੇ ਹੋਏ ਨੇ ਹਰ ਜਗ੍ਹਾ 'ਤੇ, ਬੈਨਰ ਸਾਡੇ ਪੋਸਟਰ ਲੱਗੇ ਨੇ। ਅਸੀਂ WhatsApp 'ਤੇ ਔਰ Facebook 'ਤੇ ਵੀ ਆਪਣੇ ਨੰਬਰ ਸ਼ੇਅਰ ਕਰਦੇ ਰਹਿੰਦੇ ਹਾਂ। ਕੋਈ ਵੀ ਕਿਸੇ ਤਰ੍ਹਾਂ ਦਾ ਪੇਸ਼ੈਂਟ ਲੁਧਿਆਣੇ ਦੇ ਅੰਦਰ ਕੋਈ ਵੀ ਸਾਨੂੰ ਫੋਨ ਕਰੇ, ਅਸੀਂ ਉੱਥੇ ਸਾਡੀ ਜਿਹੜੀ ਐਂਬੂਲੈਂਸ ਦੀ ਸੇਵਾ ਉੱਥੇ ਉਹਨੂੰ ਫ੍ਰੀ ਆਫ ਕਾਸਟ ਪਹੁੰਚ ਰਹੀ ਹੈ ਔਰ ਪਹੁੰਚੇਗੀ ਵੀ ਆਉਣ ਵਾਲੇ ਵਕਤ 'ਚ। ਸਰ ਕਿਵੇਂ ਤੁਹਾਡੇ ਮਨ ਦੇ ਵਿੱਚ ਆਏ ਕਿ ਐਂਬੂਲੈਂਸ ਦੀ ਸੇਵਾ ਹੀ ਕਰਨੀ ਚਾਹੀਦੀ ਹੈ ਫ੍ਰੀ ਦੇ ਵਿੱਚ? ਲੋਕਾਂ ਨੂੰ ਬਹੁਤ ਜ਼ਰੂਰਤ ਹੈਗੀ ਹੈ, ਕਾਫੀ ਮਤਲਬ ਕਿ ਲਾਹੇਵੰਦ ਵੀ ਹੈਗੀ ਆ, ਸਾਬਿਤ ਹੋ ਰਹੀ ਹੈ। ਨਹੀਂ, ਸਾਡੀ ਸੈਂਟਰਲ ਬੋਡੀ ਜਿਹੜੀ ਹੈਗੀ ਹੈ ਅਮਰੀਕਾ ਤੋਂ, ਉਹਨਾਂ ਨੇ ਸਾਨੂੰ ਕਿਹਾ ਸੀ ਵੀ ਅਸੀਂ ਇੱਕ ਐਕਸਪੈਰੀਮੈਂਟ ਕਰਨਾ ਚਾਹੁੰਦੇ ਹਾਂ ਐਂਬੂਲੈਂਸ ਦਾ, ਵੀ ਤੁਸੀਂ ਉਹਦੇ 'ਚ ਕਿਵੇਂ ਕਰੋਗੇ। ਤੇ ਮੈਂ ਉਹਨੂੰ ਕਿਹਾ ਸੀ ਤੁਸੀਂ ਭੇਜ ਦਿਓ, ਸਾਡੇ ਕੋਲ ਬਹੁਤ ਲੁਧਿਆਣੇ 'ਚ ਵਲੰਟੀਅਰਸ ਹੈਗੇ ਨੇ, ਅਸੀਂ ਚਲਾਵਾਂਗੇ। ਔਰ ਠੀਕ ਚੱਲ ਰਹੀ ਹੈ, ਮਾਨਵਤਾ ਦੀ ਸੇਵਾ ਹੋ ਰਹੀ ਹੈ। ਸੇਵਾ ਹੀ ਸਾਡਾ ਮਕਸਦ ਸੀ, ਉਹ ਪੂਰਾ ਹੋ ਰਿਹਾ। ਉਹ ਸੈਂਟਰ ਬੋਡੀ ਵੀ ਖੁਸ਼ ਹੈ ਵੀ ਚਲੋ ਇੱਕ ਅੱਛਾ ਐਕਸਪੈਰੀਮੈਂਟ ਹੋਇਆ। ਉਹਨਾਂ ਨੇ ਇਸ ਤੋਂ ਬਾਅਦ ਬੰਗਲੌਰ ਵਿੱਚ ਹੀ ਸ਼ੁਰੂ ਕੀਤਾ, ਉੱਥੇ ਵੀ ਸ਼ੁਰੂ ਹੋ ਗਈ ਹੈ। ਤੇ ਸ਼ਾਇਦ ਹੋ ਸਕਦਾ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਬਾਕੀ ਸ਼ਹਿਰਾਂ ਵਿੱਚ ਵੀ ਅਗਰ ਵਲੰਟੀਅਰਸ ਉੱਥੇ ਮਿਲ ਜਾਣਗੇ ਜਿਹੜੇ ਤਨੋਂ ਮਨੋਂ ਕੰਮ ਕਰਨਾ ਚਾਹਣਗੇ, ਤੇ ਫਿਰ ਬਾਕੀ ਪੰਜਾਬ ਦੇ ਜ਼ਿਲ੍ਹਿਆਂ 'ਚ ਸ਼ੁਰੂ ਹੋਏਗੀ। ਠੀਕ ਹੈ। ਤੇ ਸਰ ਲੁਧਿਆਣੇ ਦੇ ਵਿੱਚ ਕਿੱਥੇ ਤੱਕ ਜਾਂਦੀ ਹੈ ਇਹ? ਨਹੀਂ, ਲੁਧਿਆਣੇ ਦੇ ਚੁੰਗੀ ਦੇ ਅੰਦਰ ਹੀ ਵੈਸੇ ਚੁੰਗੀਆਂ ਹੁਣ ਖਤਮ ਹੋ ਗਈਆਂ, ਮਤਲਬ ਜਿਹੜੀ ਲੁਧਿਆਣੇ ਦੀ ਬਾਉਂਡਰੀ ਉਹਦੇ ਅੰਦਰ ਰਹਿੰਦੀ, ਉਹ ਸਾਡੀ ਕੁਝ ਲਿਮਿਟੇਸ਼ਨ ਨੇ। ਅਸੀਂ ਜ਼ਿਆਦਾ ਦੂਰ ਨਹੀਂ ਭੇਜ ਸਕਦੇ, ਕਿਉਂਕਿ ਜੇਕਰ ਇੱਕ ਪੇਸ਼ੈਂਟ ਮੰਨ ਲਓ ਅਸੀਂ ਮੋਗੇ ਜਾਂ ਜਗਰਾਓਂ ਲੈ ਗਏ, ਜਿਹੜੇ ਬਾਕੀ ਪਿੱਛੋਂ ਪੇਸ਼ੈਂਟ ਉਹਨਾਂ ਨੂੰ ਦਿੱਕਤ ਹੋ ਜਾਏਗੀ। ਤਾਂ ਅਸੀਂ ਇੱਕ ਕ੍ਰਾਈਟੇਰੀਆ ਰੱਖਿਆ ਵੀ ਇਹਨੂੰ ਲੁਧਿਆਣੇ ਦੇ ਅੰਦਰ ਹੀ ਰੱਖਣਾ। ਇਹਦਾ ਟਾਈਮਿੰਗ ਅਸੀਂ ਫਿਕਸ ਕੀਤਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ। ਇਹ ਫਿਲਹਾਲ ਸਦਾ ਇਸ ਤਰ੍ਹਾਂ ਸਮੇਂ ਦੀ ਰਿਕੁਆਇਰਮੈਂਟ ਜੇ ਕੋਈ ਲੋਕਾਂ ਦੀ ਜਿਵੇਂ ਹੋਏਗੀ ਤਾਂ ਅਸੀਂ ਤਾਂ ਟਾਈਮ ਵਧਾ ਵੀ ਸਕਦੇ ਹਾਂ, 24 ਆਵਰ ਵੀ ਕਰ ਸਕਦੇ ਹਾਂ। ਮੈਂ ਫਿਲਹਾਲ 9 ਤੋਂ 7 ਹੀ। ਤੇ ਸਰ ਜਿਵੇਂ ਕਿ ਤੁਸੀਂ ਕਿਹਾ ਕਿ 3 ਮਹੀਨੇ ਹੋ ਗਏ ਨੇ, ਕੋਈ ਰੈਗੂਲਰ ਪੇਸ਼ੈਂਟ ਵੀ ਜੁੜੇ ਨੇ ਤੁਹਾਡੇ ਨਾਲ ਕਿ ਜਿਨ੍ਹਾਂ ਨੂੰ ਬਹੁਤ ਜ਼ਰੂਰਤ ਹੈਗੀ ਹੈ, ਉਹਨਾਂ ਨੂੰ ਡੇਲੀ ਹਸਪੀਟਲ ਜਾਣਾ ਪੈਂਦਾ ਹੈ? ਬਿਲਕੁਲ ਸਾਡੇ ਨਾਲ ਬਲਵੀਰ ਸਿੰਘ ਜੀ ਖੜੇ ਨੇ, ਇਹਨਾਂ ਦੇ ਘਰ ਦੇ ਨਾਲ ਇੱਕ ਮਾਤਾ ਜੀ ਨੇ ਜਿਹੜੇ ਬਜ਼ੁਰਗ ਨੇ, ਉਹਨਾਂ ਨੂੰ ਫਿਜ਼ੀਓਥੈਰੇਪੀ ਦੀ ਲੋੜ ਹੈ ਔਰ ਡੇਲੀ ਸਾਡੀ ਐਂਬੂਲੈਂਸ ਉੱਥੇ ਜਾਂਦੀ ਹੈ। ਉਹਨਾਂ ਨੂੰ ਘਰ ਤੋਂ ਹਸਪੀਟਲ ਤੱਕ, ਹਸਪੀਟਲ ਤੋਂ ਵਾਪਸ ਫਿਜ਼ੀਓਥੈਰੇਪੀ ਕਰਾ ਕੇ ਘਰ ਤੱਕ ਉਹਨਾਂ ਨੂੰ ਛੋੜਦੀ। ਉਹ ਡੇਲੀ ਸਾਡਾ ਉਹ ਹੈ ਹੀ ਹੈ। ਤੇ ਸਗੋਂ ਬਲਕਿ ਬਲਵੀਰ ਸਿੰਘ ਉਹਨਾਂ ਦੀ ਜਿਹੜੀ ਫਿਜ਼ੀਓਥੈਰੇਪੀ ਦੀ ਫੀਸ ਵਗੈਰਾ ਜਾਂ ਦਵਾਈ ਦਾ ਖਰਚਾ ਵੀ ਆਪਣੇ ਕੋਲੋਂ ਹੀ ਕਰਦੇ ਨੇ। ਇਹ ਹੋ ਰਿਹਾ ਇਸ ਤਰ੍ਹਾਂ। ਠੀਕ ਹੈ ਸਰ, ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਕਾਫੀ ਚੰਗਾ ਜਿਹੜਾ ਕਿ ਉਪਰਾਲਾ ਤੁਸੀਂ ਕੀਤਾ ਜ਼ਰੂਰਤਮੰਦ ਲੋਕਾਂ ਦੇ ਲਈ। ਤੇ ਸਰ ਲੋਕੀ ਹਰ ਤਰੀਕੇ ਨਾਲ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਨੇ, ਬਸ ਮਕਸਦ ਇਹ ਹੁੰਦਾ ਹੈ ਕਿ ਸੇਵਾ ਕਰਨੀ ਹੈ, ਪਿੱਛੋਂ ਕਾਰਨ ਕੋਈ ਵੀ ਹੋਵੇ
ਜਿਹੜਾ ਕਿ ਆਪਾਂ ਕਹਿ ਸਕਦੇ ਕਿ ਤਰੀਕਾ ਉਹ ਵੀ ਕੋਈ ਵੀ ਹੋ ਸਕਦਾ ਹੈ। ਤੇ ਸਰ ਤੁਸੀਂ ਇਹਦੇ ਵਿੱਚ ਜਿਹੜੇ ਲੋਕ ਨੇ ਸੇਵਾ ਕਰਦੇ ਉਹਨਾਂ ਦੇ ਲਈ ਕੀ ਮੈਸੇਜ ਦੇਣਾ ਚਾਹੋਗੇ? ਨਹੀਂ, ਮੈਸੇਜ ਜਿਹੜਾ ਸੇਵਾ ਕਰਦਾ ਵੈਸੇ ਉਹਨੂੰ ਮੈਸੇਜ ਦੀ ਕੋਈ ਬਹੁਤੀ ਲੋੜ ਨਹੀਂ ਹੁੰਦੀ, ਲੇਕਿਨ ਜਿਹੋ ਜਿਹਾ ਸਮਾਂ ਬਦਲ ਰਿਹਾ, ਕਈ ਐਨਜੀਓਜ਼ ਆਪਣੇ ਨਾਮ ਦੇ ਹੇਠ ਕੁਝ ਗਲਤ ਤਰ੍ਹਾਂ ਦਾ ਵਪਾਰ ਸ਼ੁਰੂ ਕਰ ਦਿੱਤਾ ਹੈ। ਮੈਂ ਉਹਨਾਂ ਸਾਰਿਆਂ ਨੂੰ ਕਹਾਂਗਾ, ਜੇ ਤੁਸੀਂ ਇੱਕ ਬਾਹਰਲਾ ਇੱਕ ਫਰੇਮ ਆਪਣਾ ਸੇਵਾ ਦਾ ਬਣਾਇਆ ਤਾਂ ਉਹ ਫਰੇਮ ਦੇ ਵਿੱਚ ਸੇਵਾ ਹੀ ਹੋਣੀ ਚਾਹੀਦੀ ਹੈ। ਉਹਦੇ ਪਿੱਛੇ ਕੋਈ ਮਕਸਦ ਪੋਲੀਟੀਕਲ ਜਾਂ ਫਾਈਨੈਂਸ਼ੀਅਲੀ ਨਹੀਂ ਹੋਣਾ ਚਾਹੀਦਾ। ਮੇਰੀ ਤਾਂ ਹੀ ਸਾਰਿਆਂ ਨੂੰ ਕੋਸ਼ਿਸ਼ ਹੈ, ਵੀ ਬੇਨਤੀ ਹੈ ਵੀ ਇਸ ਨੂੰ ਸਾਫ਼ ਸੁਥਰੇ ਕੰਮ ਨੂੰ ਸਾਫ਼ ਸੁਥਰਾ ਹੀ ਕੀਤਾ ਜਾਏ, ਇਹਦੇ 'ਚ ਕੋਈ ਡੈਮੇਜ ਪੁਆਇੰਟ ਨਹੀਂ ਆਉਣਾ ਚਾਹੀਦਾ। ਬਾਕੀ ਜੋ ਕਿਸੇ ਦੀ ਹੈ। ਜੀ ਸਰ, ਜੋ ਕੋਈ ਅਗਰ ਤੁਹਾਡੇ ਨਾਲ ਇਸ ਸੇਵਾ ਦੇ ਵਿੱਚ ਜੁੜਨਾ ਚਾਹੁੰਦਾ ਤੇ ਕਿਵੇਂ ਜੁੜ ਸਕਦਾ ਹੈ? ਬਿਲਕੁਲ, ਮਨੁੱਖਤਾ ਦੀ ਸੇਵਾ ਕੋਈ ਵੀ ਆ ਸਕਦਾ, ਵੈਲਕਮ ਹੈ। ਕਿਸੇ ਤਰੀਕੇ ਵੀ ਆ ਸਕਦੇ ਨੇ, ਉਹਦੇ 'ਚ ਕੋਈ ਸਾਡਾ ਕੋਈ ਲਿਮਿਟੇਸ਼ਨ ਜਾਂ ਬਾਉਂਡੇਸ਼ਨ ਨਹੀਂ ਹੈਗੀ। ਵੈਲਕਮ ਹੈ ਸਾਰਿਆਂ ਨੂੰ, ਜਿਹੜੇ ਮਨੁੱਖਤਾ ਦਾ ਭਲਾ ਚਾਹੁੰਦੇ ਨੇ, ਸਮਾਜ ਦਾ ਭਲਾ ਚਾਹੁੰਦੇ ਨੇ, ਆਪਣੇ ਮੁਆਸ਼ਰੇ ਦਾ ਭਲਾ ਚਾਹੁੰਦੇ ਨੇ, ਪੰਜਾਬ ਦਾ ਭਲਾ ਚਾਹੁੰਦੇ ਨੇ, ਤੇ ਉਹਨਾਂ ਸਾਰਿਆਂ ਨੂੰ ਵੈਲਕਮ ਹੈ। ਜੀ ਆਇਆਂ ਨੂੰ, ਆਓ। ਸੋ ਇੱਕ ਹੋਰ ਵਲੰਟੀਅਰ ਸਾਡੇ ਨਾਲ ਮੌਜੂਦ ਨੇ, ਸੋ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਸਰ ਤੁਹਾਡਾ? ਮੇਰਾ ਨਾਮ ਚੇਤਨਦੀਪ ਸਿੰਘ ਹੈ ਜੀ। ਤੇ ਸਰ ਕਿੰਨੇ ਟਾਈਮ ਤੋਂ ਤੁਸੀਂ ਇਸ ਸੇਵਾ ਦੇ ਨਾਲ ਜੁੜੇ ਹੋ? ਮੈਂ ਤਕਰੀਬਨ ਇਹਨਾਂ ਨਾਲ ਸਾਲ ਡੇਢ ਸਾਲ ਤੋਂ ਮੈਂ ਜੁੜਿਆ ਹੋਇਆ ਵਾਂ। ਇਹ ਬਹੁਤ ਵਧੀਆ ਸੰਸਥਾ ਵਾ, ਵੱਖੋ ਵੱਖਰੇ ਸਮਾਜਿਕ ਕੰਮ ਜਿਹੜੇ ਕਰਦੀ ਹੈ। ਇਹ ਐਂਬੂਲੈਂਸ ਦਾ ਕੰਮ ਇਹਨਾਂ ਨੇ ਹੁਣ ਪਿੱਛੇ ਜਿਹੇ ਹੀ 2-3 ਮਹੀਨਿਆਂ ਤੋਂ ਸ਼ੁਰੂ ਕੀਤਾ, ਬਟ ਬਹੁਤ ਹੀ ਵਧੀਆ ਹੈ, ਕਿਉਂਕਿ ਜਿਹੜੇ ਗਰੀਬ ਲੋਕਾਂ ਦੇ ਬਾਂਹ ਫੜਨ ਵਾਲੀ ਸੰਸਥਾ ਹੈ। ਕਿਉਂਕਿ ਅਮੀਰਾਂ ਦੇ ਤਾਂ ਬਹੁਤ ਹੋਰ ਉਹਨਾਂ ਕੋਲ ਆਪਣੇ ਆਪਣੇ ਰਿਸੋਰਸਿਸ ਹੁੰਦੇ ਨੇ, ਜਿਨ੍ਹਾਂ ਕਰਕੇ ਉਹ ਵੱਖੋ ਵੱਖਰੇ ਆਪਣੇ ਸਾਧਨਾਂ ਨਾਲ ਚਲੇ ਜਾਂਦੇ ਨੇ ਕਿਤੇ ਹਸਪੀਟਲ ਜਾਣਾ ਹੋਵੇ। ਪਰ ਇਹ ਜਿਹੜੀ ਯੂਨਾਈਟਿਡ ਸਿਕਸ ਹੈਗੀ ਹੈ, ਇਹ ਦਿਸ ਇਜ਼ ਦੀ ਬੈਸਟ ਵਨ। ਤੇ ਇਹ ਜਿਹੜੀ ਹੈਗੀ ਹੈ, ਇਹ ਕੰਮ ਵਧੀਆ ਕਰ ਵੀ ਰਹੀ ਹੈ ਤੇ ਅੱਗਿਓਂ ਵੀ ਇਹ ਵਧੀਆ ਕੰਮ ਕਰੂਗੀ, ਤੇ ਬਿਨਾਂ ਕਿਸੇ ਫਾਈਨੈਂਸ਼ੀਅਲ ਕਿਸੇ ਨੂੰ ਬੋਝ ਪਾਇਆ ਇਹ ਕੰਮ ਚੱਲਦਾ ਰਹੂਗਾ। ਬਿਲਕੁਲ ਸਰ, ਅਗਰ ਕੋਈ ਕੰਟੈਕਟ ਕਰਨਾ ਚਾਹੁੰਦਾ ਹੈ, ਕੋਈ ਵੀ ਫ੍ਰੀ ਸੇਵਾ ਇਹ ਪ੍ਰਾਪਤ ਕਰਨਾ ਚਾਹੁੰਦਾ ਤਾਂ ਕਿਵੇਂ ਆ ਕੇ ਕੰਟੈਕਟ ਕਰ ਸਕਦਾ? ਦੇਖੋ, ਇਹ ਕੋਚਰ ਮਾਰਕੀਟ ਦੇ ਕੋਲ ਡਾਕਟਰ ਚਹਿਲ ਨੇ, ਬੜੇ ਮਸ਼ਹੂਰ ਨੇ। ਉਹਨਾਂ ਦੇ ਬਿਲਕੁਲ ਸਾਹਮਣੇ ਜਿਹੜੀ ਇਹ ਆਲਵੇਜ਼ ਇਹ ਖੜੀ ਰਹਿੰਦੀ ਹੈ, ਜੋ ਇਹਨਾਂ ਨੇ ਟਾਈਮਿੰਗਸ ਦੱਸੇ ਨੇ ਉਸ ਟਾਈਮਿੰਗਸ ਦੇ ਦੌਰਾਨ ਬਾਹਰ ਹੀ ਖੜੀ ਹੁੰਦੀ ਹੈ। ਤੇ ਇਹ ਬਿਲਕੁਲ ਡਾਕਟਰ ਚਹਿਲ ਦੇ ਬਿਲਕੁਲ ਸਾਹਮਣੇ ਜਿਹੜੀ ਹੈਗੀ ਹੈ, ਇਹ ਐਂਬੂਲੈਂਸ ਹੈਗੀ ਹੈ, ਇਹ ਅਵੇਲੇਬਲ ਹੁੰਦੀ ਹੈ। ਤੇ ਟਾਈਮਿੰਗਸ ਜਿਹੜੇ ਨੇ ਉਹ ਤੁਹਾਨੂੰ ਆਲਰੇਡੀ ਇਹਨਾਂ ਨੇ ਦੱਸ ਦਿੱਤੇ ਨੇ ਜੀ। ਠੀਕ ਹੈ। ਔਰ ਸਰ ਕਿੰਨੇ ਕੁ ਪੇਸ਼ੈਂਟ ਡੇਲੀ ਦੇ ਹੋ ਜਾਂਦੇ ਨੇ, ਅਗਰ ਅਸੀਂ ਐਵਰੇਜ ਅੰਦਾਜ਼ਾ ਲਗਾਈਏ? ਦੇਖੋ, ਪੇਸ਼ੈਂਟਸ ਦੀ ਜਿੱਥੋਂ ਤੱਕ ਗੱਲ ਹੈ, ਪੇਸ਼ੈਂਟਸ ਦਾ ਵਿੱਚ ਹੁੰਦਾ ਵੀ ਇਹ ਅਸੀਂ ਤਾਂ ਉਸ ਟਾਈਮਿੰਗ ਤੇ ਖੜੀ ਕਰ ਦਿੰਦੇ ਆ। ਕਈ ਵਾਰੀ ਪੇਸ਼ੈਂਟਸ ਹੁੰਦੇ ਆ ਵੀ ਕਈ ਵਾਰੀ ਵੱਧ ਵੀ ਪੇਸ਼ੈਂਟ ਹੋ ਜਾਂਦੇ ਨੇ, ਤੇ ਕਈ ਵਾਰੀ ਹੈਗਾ ਵੀ ਕਈ ਵਾਰੀ ਨਹੀਂ ਵੀ ਹੁੰਦਾ ਹੈ। ਇਹ ਕੋਈ ਪਾਰਟਿਕੂਲਰ ਕੋਈ ਪੈਮਾਨਾ ਨਹੀਂਗਾ, ਬਟ ਫਿਰ ਵੀ ਹੈ। ਜਦੋਂ ਸਾਡੇ ਲਈ ਇਹੀ ਹੈ ਵੀ ਜਦੋਂ ਵੀ ਕੋਈ ਵੀ ਆਉਂਦਾ ਹੈ, ਉਹ ਭਾਵੇਂ ਕਿਸੇ ਜਾਤ ਧਰਮ ਕੋਈ ਨਹੀਂ ਦੇਖਿਆ ਜਾਂਦਾ, ਉਹਨਾਂ ਲਈ ਆਲਵੇਜ਼ ਇਹ ਜਿਹੜੀ ਹੈਗੀ ਹੈ ਸਰਵਿਸ ਅਵੇਲੇਬਲ ਹੁੰਦੀ ਹੈ। ਸੋ ਇਸ ਐਂਬੂਲੈਂਸ ਦੇ ਡਰਾਈਵਰ ਵੀ ਸਾਡੇ ਨਾਲ ਮੌਜੂਦ ਨੇ, ਜੋ ਕਿ ਡੇਲੀ ਹੀ ਇਸ ਐਂਬੂਲੈਂਸ ਨੂੰ ਲੈ ਕੇ ਜਾਂਦੇ ਨੇ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਬਲਜੀਤ ਸਿੰਘ ਹੈ ਜੀ। ਸੋ ਤੁਸੀਂ ਇਹ ਐਂਬੂਲੈਂਸ ਚਲਾਉਂਦੇ ਹੋ, ਜਿਹੜੇ ਕਿ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਦੇ ਹੋ, ਸੋ ਕਿੰਨਾ ਜ਼ੋਖਮ ਭਰਿਆ ਕੰਮ ਹੁੰਦਾ ਹੈ, ਤੇ ਔਰ ਸਭ ਤੋਂ ਜ਼ਿਆਦਾ ਕਿ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਹੈ ਕਿ ਟਾਈਮ ਸਿਰ ਅਸੀਂ ਪੇਸ਼ੈਂਟ ਨੂੰ ਹਸਪੀਟਲ ਪਹੁੰਚਾਉਣਾ ਹੈ? ਦੇਖੋ ਜੀ, ਤੁਹਾਨੂੰ ਪਤਾ ਹੀ ਹੈ ਕਿ ਲੁਧਿਆਣੇ ਦੇ ਵਿੱਚ ਬਹੁਤ ਜ਼ਿਆਦਾ ਟ੍ਰੈਫਿਕ ਰਹਿੰਦੀ ਆ ਡਿਊ ਟੂ ਕੰਸਟਰਕਸ਼ਨ, ਤੇ ਬਹੁਤ ਜ਼ਿਆਦਾ ਜੋਖਮ ਭਰਿਆ ਹੁੰਦਾ ਕੰਮ। ਪੇਸ਼ੈਂਟ ਨੂੰ ਲੈ ਕੇ ਜਾਣਾ, ਪੇਸ਼ੈਂਟ ਦੀ ਜ਼ਿੰਮੇਵਾਰੀ ਸਾਂਭਣੀ, ਤੇ ਕਈ ਵਾਰੀ ਪੇਸ਼ੈਂਟ ਬਹੁਤ ਜ਼ਿਆਦਾ ਪਰੇਸ਼ਾਨ ਹੁੰਦਾ ਆਪਣੇ ਆਪ ਨੂੰ ਲੈ ਕੇ, ਤੇ ਇਹ ਡਰਾਈਵਰ ਦੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਉਹ ਪੇਸ਼ੈਂਟ ਨੂੰ ਪੂਰੀ ਕੇਅਰ ਨਾਲ ਹਸਪੀਟਲ ਲੈ ਕੇ ਜਾਵੇ। ਤੇ ਕਈ ਹੋਰ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ? ਹਾਂਜੀ, ਕਈ ਵਾਰੀ ਟ੍ਰੈਫਿਕ ਦੇ ਵਿੱਚ ਬਹੁਤ ਲੋਕ ਆ ਜਿਹੜੇ ਰਸਤਾ ਨਹੀਂ ਦਿੰਦੇ ਹੈਗੇ। ਇਹ ਮੈਂ ਕਹਿਣਾ ਚਾਹੁੰਦਾ ਸਭ ਨੂੰ ਕਿ ਜ਼ਰੂਰ ਰਸਤਾ ਦਿਆ ਕਰਨ, ਕਿਉਂਕਿ ਤੁਸੀਂ ਆਪਣਾ ਇੰਜੋਇਮੈਂਟ ਸਾਈਡ ਤੇ ਰੱਖ ਕੇ ਕਿਸੇ ਦੀ ਜਾਨ ਜੋਖਿਮ 'ਚ ਹੁੰਦੀ ਆ, ਉਸ ਸਮੇਂ ਜ਼ਰੂਰ ਰਸਤਾ ਦਿਆ ਕਰੋ ਐਂਬੂਲੈਂਸ ਨੂੰ। ਬਿਲਕੁਲ, ਜਿਵੇਂ ਆਪਾਂ ਕਹਿ ਸਕਦੇ ਕਿ ਆਪਾਂ ਕੋਈ ਵੀ ਕੰਮ ਕਰਨ ਜਾ ਰਹੇ ਹਾਂ, ਕਿਸੇ ਕੰਮ ਜਾ ਰਹੇ ਹਾਂ, ਆਪਣੀ ਜੌਬ ਤੇ ਜਾ ਰਹੇ ਹਾਂ, ਉਹਦੇ ਵਿੱਚ ਦੇਰੀ ਹੋ ਜਾਏ ਤਾਂ ਕੋਈ ਗੱਲ ਨਹੀਂ, ਬਟ ਕਿਸੇ ਦੀ ਜਾਨ ਦੇ ਵਿੱਚ ਦੇਰੀ ਨਹੀਂ ਹੋਣੀ ਚਾਹੀਦੀ, ਜਾਨ ਬਚਾਉਣ ਦੇ ਵਿੱਚ ਦੇਰੀ ਨਹੀਂ। ਹਾਂਜੀ ਬਿਲਕੁਲ ਜੀ, ਕਿਸੇ ਦੀ ਜਾਨ ਬਹੁਤ ਜ਼ਰੂਰੀ ਆ, ਕਿਉਂਕਿ ਲਾਈਫ ਇੱਕ ਵਾਰੀ ਮਿਲਦੀ ਆ, ਬਾਰ-ਬਾਰ ਨਹੀਂ ਮਿਲਦੀ। ਇਸ ਕਰਕੇ ਐਂਬੂਲੈਂਸ ਨੂੰ ਜ਼ਰੂਰ ਮੇਰੇ ਵੀਰ, ਮੇਰੀਆਂ ਭੈਣਾਂ ਜੋ ਵੀ ਨੇ, ਰਸਤਾ ਦੇਣ। ਔਰ ਨੰਬਰ ਕੀ ਹੈਗਾ, ਤੁਸੀਂ ਨੰਬਰ ਦੱਸਣਾ ਚਾਹੋਗੇ? ਜ਼ਰੂਰ ਜੀ, ਸਾਡੇ ਵੈਬਸਾਈਟ ਦੇ ਉੱਤੇ ਮੈਂਸ਼ਨ ਵੀ ਹੈਗਾ ਯੂਨਾਈਟਿਡ ਸਿਕਸ ਦੇ ਉੱਤੇ, ਤੁਸੀਂ ਦੇਖ ਸਕਦੇ ਹੋ। ਹੈਲਪਲਾਈਨ ਨੰਬਰ 9197800108, ਇਹ ਸਾਡੀ ਐਂਬੂਲੈਂਸ ਦਾ ਨੰਬਰ ਹੈ ਜੋ 9 to 7 ਅਵੇਲੇਬਲ ਰਹਿੰਦੀ ਆ। ਸੋ ਤੁਸੀਂ ਦੇਖਿਆ, ਲੁਧਿਆਣਾ ਸ਼ਹਿਰ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਫ੍ਰੀ ਐਂਬੂਲੈਂਸ ਸੇਵਾ ਜਿਹੜੀ ਕਿ ਸ਼ੁਰੂ ਕੀਤੀ ਗਈ ਹੈ ਯੂਨਾਈਟਿਡ ਸਿੱਖ ਸੰਸਥਾ ਦੇ ਵੱਲੋਂ। ਵੈਸੇ ਤਾਂ ਇਹ ਸੰਸਥਾ 2 ਸਾਲ ਤੋਂ ਕੰਮ ਕਰ ਰਹੀ ਹੈ, ਲੰਗਰ ਲਗਾ ਰਹੀ ਹੈ, ਫ੍ਰੀ ਦੇ ਵਿੱਚ ਕੈਂਪ ਲਗਾ ਰਹੀ ਹੈ, ਜਾਂ ਫਿਰ ਜ਼ਰੂਰਤਮੰਦ ਲੋਕਾਂ ਦੇ ਲਈ ਕੈਂਪ ਲਗਾਏ ਜਾਂਦੇ ਨੇ। ਪਰ ਇਹ ਜਿਹੜੀ ਕਿ ਸੇਵਾ ਸ਼ੁਰੂ ਕੀਤੀ ਗਈ ਹੈ, ਫ੍ਰੀ ਦੇ ਵਿੱਚ ਸੇਵਾ ਸ਼ੁਰੂ ਕੀਤੀ ਗਈ ਹੈ, ਬਿਨਾਂ ਕਿਸੇ ਜਾਤ ਪਾਤ ਤੋਂ, ਬਿਨਾਂ ਕਿਸੇ ਚੀਜ਼ ਤੋਂ। ਕੋਈ ਵੀ ਜਿਹੜਾ ਕਿ ਪੇਸ਼ੈਂਟ ਜੋ ਕਿ ਜ਼ਰੂਰਤਮੰਦ ਹੈ, ਪੂਅਰ ਪੇਸ਼ੈਂਟਸ ਨੇ ਲੁਧਿਆਣੇ ਦੇ ਵਿੱਚ, ਬਥੇਰੇ ਇਸ ਤਰ੍ਹਾਂ ਦੇ ਪਰਿਵਾਰ ਨੇ ਜੋ ਕਿ
ਗਵਰਨਮੈਂਟ ਹਸਪੀਟਲ ਦੇ ਵਿੱਚ ਇਲਾਜ ਕਰਦੇ ਨੇ ਜਾਂ ਫਿਰ ਉਹਨਾਂ ਦੇ ਕੋਲ ਦਵਾਈਆਂ ਵਾਸਤੇ ਵੀ ਪੈਸੇ ਨਹੀਂ ਹੁੰਦੇ, ਪਰ ਐਂਬੂਲੈਂਸ ਦਾ ਖਰਚਾ ਵੀ ਨਹੀਂ ਉਠਾ ਸਕਦੇ ਉਹ ਲੋਕ। ਪਰ ਇਹਨਾਂ ਦੇ ਵੱਲੋਂ ਜਿਹੜੀ ਸੇਵਾ ਸ਼ੁਰੂ ਕੀਤੀ ਗਈ ਹੈ ਕਾਫੀ ਲਾਹੇਵੰਦ ਸਾਬਿਤ ਹੋ ਰਹੀ ਹੈ ਗਰੀਬ ਲੋਕਾਂ ਦੇ ਲਈ, ਜਿਹੜੀ ਕਿ ਵਰਦਾਨ ਸਾਬਿਤ ਹੋ ਰਹੀ ਹੈ। ਕਿਸੇ ਦੀ ਜਾਨ ਅਗਰ ਬਚ ਸਕਦੀ ਹੈ, ਕਈ ਵਾਰ ਐਂਬੂਲੈਂਸ ਲੇਟ ਆਉਂਦੀ ਹੈ, ਪੈਸੇ ਨਹੀਂ ਹੁੰਦੇ ਹੈਗੇ, ਉਹਦੇ ਕਰਕੇ ਕਈਆਂ ਦੀ ਜਾਨ ਵੀ ਚਲੀ ਜਾਂਦੀ ਹੈ। ਤਾਂ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਇਹਨਾਂ ਦੇ ਵੱਲੋਂ, ਤੁਸੀਂ ਦੇਖ ਸਕਦੇ ਹੋ ਕਿ ਪੂਰੀ ਵਲੰਟੀਅਰ ਟੀਮ ਮੇਰੇ ਪਿੱਛੇ ਖੜੀ ਹੈ। ਸੋ ਇਹਨਾਂ ਦੇ ਵੱਲੋਂ ਜਿਹੜਾ ਇਹ ਕੰਮ ਕੀਤਾ ਜਾ ਰਿਹਾ ਕਾਫੀ ਅੱਛਾ ਕੰਮ ਹੈ, ਔਰ ਹੋਰ ਵੀ ਜਿਹੜੇ ਕਿ ਇਹਨਾਂ ਦੀ ਸੰਸਥਾ ਇਸ ਤਰ੍ਹਾਂ ਦੇ ਕੰਮ ਕਰਦੀ ਰਹਿੰਦੀ ਹੈ, ਔਰ ਵਲੰਟੀਅਰ ਕਾਫੀ ਜਿਹੜੇ ਕਿ ਪਰਿਵਾਰ ਇਹਨਾਂ ਦੇ ਨਾਲ ਜੁੜੇ ਨੇ, ਔਰ ਜੋ ਵੀ ਇਸ ਸੰਸਥਾ ਦੇ ਨਾਲ ਜੁੜਨਾ ਚਾਹੁੰਦਾ ਹੈ, ਆਪਣੀ ਅਗਰ ਸੇਵਾ ਇਸ ਦੇ ਵਿੱਚ ਪਾਉਣਾ ਚਾਹੁੰਦਾ ਹੈ ਤਾਂ ਉਹ ਇਹਨਾਂ ਦੇ ਨਾਲ ਆ ਕੇ ਮਿਲ ਸਕਦਾ। ਸੋ ਐਡਰੈਸ ਤੁਹਾਨੂੰ ਦੱਸ ਦੇ ਨੇ, ਲੁਧਿਆਣਾ ਦੇ ਕੋਚਰ ਮਾਰਕੀਟ ਦੇ ਵਿੱਚ ਇਹਨਾਂ ਦੇ ਆਫਿਸ ਹੈ। ਇੱਥੇ ਆ ਕੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ, ਔਰ ਕੋਈ ਵੀ ਜਿਸ ਨੂੰ ਵੀ ਜ਼ਰੂਰਤ ਹੈਗੀ ਹੈ, ਕੋਈ ਵੀ ਗਰੀਬ ਪਰਿਵਾਰ ਹੈ, ਹਸਪੀਟਲ ਜਾਣਾ ਹੈ ਜਾਂ ਹਸਪੀਟਲ ਤੋਂ ਘਰ ਜਾਣਾ ਹੈ, ਪੈਸੇ ਨਹੀਂ ਹੈਗੇ, ਤਾਂ ਉਹ ਇਹਨਾਂ ਦੇ ਨਾਲ ਆ ਕੇ ਸੰਪਰਕ ਕਰ ਸਕਦਾ ਹੈ। ਕੈਮਰਾਮੈਨ ਸੇਵਾ ਸਿੰਘ ਦੇ ਨਾਲ ਪਰਮਜੀਤ ਕੌਰ, ਤੁਸੀਂ ਦੇਖਦੇ ਰਹੋ ਲੁਧਿਆਣਾ ਲਾਈਵ।